दीनो बिन सगए सब शोक संताप राख लिए अपने जन आप कर कृपा हर हर नाम दीनो बिन सके सब शोक संताप रहाओ गुण गोविंद गावो सब हर जन राग रतन रसना आलाप कोट जन्म की तृष्णा निवरी राम रसायन आत्म त्राप चरण गहे शरण सुख दाते गुर कै बचन जपे हर जाप सागर तरे परम पै बिन से कहो नानक ठाकुर प्रताप वाहिगुरु जी का खालसा वाहिगुरु जी की फतेह। सतनाम श्री वाहिगुरु जी सतनाम श्री वाहिगुरु जी एक मन पुरख त्याई बरदाता संत सहार सदा बिख्याता दास चरण ले बसावा तो परम गुरु नानक गुण गावा नानक नाम निरंजन जानियो कीनी भगत प्रेम लेवलाई कीनी भगत प्रेम लेवलाई तांते अंगद अंग संग भयो शाई शब्द सुरत की नीवर खाई गुर अमरदास की कथ कथा है एक जी कश कही न जाई सोडी सृष्ट सकल तारन को अब गुरु रामदास को मिली बड़ाई सोडी सृष्ट सकल तारन को अब गुरु रामदास को मिली बड़ाई। तन तन श्री गुरु ग्रंथ साहिब सच्चे पातशाह महाराज जी दी चरण शरण विच बैठे होए सत्संगी जनों जी तन तन श्री गुरु रामदास महाराज जी दी पावन दरबार सचखंड श्री हरमंदर साहब जी तो जो अज दा पावन मुख वाक बख्शिश होया है असी सारियां ने सरवण कीता है। गुरुदेव जी दी खुशियां प्राप्त करने वास्ते
ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਸ਼ਬਦ ਵਿੱਚ ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਭੂ ਦੇ ਪਿਆਰਿਆਂ ਦੀ ਵਡਿਆਈ, ਪ੍ਰਭੂ ਦੇ ਨਾਮ ਦੀ ਬਰਕਤ, ਪਰਮੇਸ਼ਰ ਦੇ ਸਿਮਰਨ ਦੀ ਬਰਕਤ ਜੋ ਬਖਸ਼ਿਸ਼ ਕੀਤੀ ਹੈ, ਉਹ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਜ ਦੇ ਪਾਵਨ ਮੁੱਖ ਵਾਕ ਦੀ ਪਹਿਲੀ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਰਾਗ ਬਿਲਾਵਲ ਹੈ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਮੁੱਖ ਵਾਕ ਉਚਾਰਨ ਕੀਤਾ ਹੋਇਆ ਹੈ ਜੀ। ਰਾਖ ਲਿਏ ਆਪਣੇ ਜਨ ਆਪ। ਧੰਨ ਗੁਰਦੇਵ ਜੀ ਦਾ ਪਾਵਨ ਸ਼ਬਦ ਸਾਂਝਾ ਕਰਨ ਲੱਗਿਆ ਚਿੱਤ ਬਿਰਤੀ ਹੋਰ ਵੀ ਅੱਗੇ ਨਾਲੋਂ ਇਕਾਗਰ ਹੋ ਸਕੇ। ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਹੋਰ ਕਿਰਪਾ ਕਰੋ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਦੀ ਰਸਨਾ ਤੋਂ ਪਹਿਲੀ ਪੰਕਤੀ ਦਾ ਪਾਠ ਦੁਬਾਰਾ ਬੜੇ ਹੀ ਇਕਾਗਰ ਚਿੱਤ ਹੋ ਕੇ ਸਰਵਣ ਕਰੀਏ ਜੀ। ਹਾਂਜੀ। ਰਾਖ ਲਿਏ ਆਪਣੇ ਜਨ ਆਪ। ਪ੍ਰਭੂ ਦੇ ਪਿਆਰਿਆਂ ਦੀ ਵਡਿਆਈ ਸੱਚੇ ਪਾਤਸ਼ਾਹ ਨੇ ਦੱਸੀ ਹੈ। ਉਹ ਪਰਮੇਸ਼ਰ ਸਦਾ ਤੋਂ ਹੀ ਆਪਣੇ ਸੇਵਕ ਦੀ, ਆਪਣੇ ਦਾਸ ਦੀ ਰੱਖਿਆ ਕਰਦਾ ਹੈ, ਸਹਾਈ ਹੁੰਦਾ ਹੈ। ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਜਿੱਥੇ ਪਰਮੇਸ਼ਰ ਦੇ ਗੁਣ ਗਾਏ ਗਏ ਹਨ, ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਮਹਿਮਾ ਵੀ ਵਰਣਨ ਕੀਤੀ ਗਈ ਹੈ। ਜਿੱਥੇ ਪਰਮੇਸ਼ਰ ਦੇ ਗੁਣ ਗਾਏ ਗਏ ਹਨ, ਪਰਮੇਸ਼ਰ ਨੂੰ ਜਪਣ ਵਾਲੇ, ਉਹਦੇ ਜਾਣਦੇ, ਉਹਦੇ ਸੇਵਕ ਦੇ ਵੀ ਸਤਿਕਾਰ ਵਿੱਚ ਧੰਨ ਗੁਰਦੇਵ ਮਹਾਰਾਜ ਨੇ ਬੜੇ ਸ਼ਬਦ ਉਚਾਰਨ ਕੀਤੇ ਹਨ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਦੇ ਸੇਵਕ ਦੀ ਉਸਤਤ ਕੀਤੀ ਹੈ। ਪਰਮੇਸ਼ਰ ਦੀ ਵਡਿਆਈ ਜੋ ਹੁੰਦੀ ਹੈ ਉਹ ਬਖਸ਼ਿਸ਼ ਕੀਤੀ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਪਰਮੇਸ਼ਰ ਦੇ ਪਿਆਰਿਆਂ ਦੀ ਬੜੀ ਮਹਿਮਾ ਗਾਈ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਪਾਵਨ ਬਚਨ ਹੈ ਜੋ ਤਲੰਗ ਰਾਗ ਵਿੱਚ ਹੈ। ਬਾਬਾ ਨਾਨਕ ਜੀ ਕਹਿੰਦੇ ਨੇ, ਬਦ ਬਖਤ ਹਮ ਚੋ ਬਖੀਲ ਗਾਫਲ, ਬੇਨਜ਼ਰ ਬੇਵਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਹ ਕਰਾਂ ਪਖਾਗ। ਸਾਧ ਸੰਗਤ, ਇਹ ਪਾਵਨ ਸ਼ਬਦ ਫਾਰਸੀ ਵਿੱਚ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਮੇਸ਼ਰ ਨੂੰ ਕਹਿੰਦੇ ਹਨ, ਉਸ ਅਕਾਲ ਪੁਰਖ ਨੂੰ ਕਹਿੰਦੇ ਹਨ, ਹੇ ਮੇਰੇ ਨਿਰੰਕਾਰ, ਬਦ ਵਕਤ ਮੈਂ ਇੱਕ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਸ਼ਬਦ ਵਰਤੇ ਹਨ ਬਾਬਾ ਨਾਨਕ ਜੀ ਨੇ, ਇਹ ਸਾਡੇ ਸੰਸਾਰੀ ਲੋਕਾਂ ਵਾਸਤੇ ਵਰਤੇ ਹਨ। ਪਰ ਗੁਰਦੇਵ ਜੀ ਦਾ ਇੱਕ ਢੰਗ ਹੈ, ਇੱਕ ਵਿਲੱਖਣ ਤਰੀਕਾ ਹੈ। ਜਿਹੜੀ ਗੱਲ ਦੂਜਿਆਂ ਨੂੰ ਕਹਿਣੀ ਹੋਵੇ ਆਪਣੇ ਆਪ ਨੂੰ ਕਹਿ ਲੈਂਦੇ ਹਨ। ਬਾਬਾ ਨਾਨਕ ਜੀ ਕਹਿੰਦੇ ਨੇ, ਹੇ ਮੇਰੇ ਕਰਤਾਰ, ਬਦ ਬਖਤ ਕਹਿੰਦੇ ਨੇ, ਹੇ ਮੇਰੇ ਕਰਤਾਰ, ਮੈਂ ਬੜਾ ਨਿਭਾਗਾ ਹਾਂ, ਮੈਂ ਬੜਾ ਬਦਕਿਸਮਤ ਹਾਂ। ਸਾਧ ਸੰਗਤ, ਜਦੋਂ ਮੈਂ ਵਿਚਾਰ ਕਰਦਾ ਕਈ ਵਾਰੀ ਮਹਾਰਾਜ ਦੀ ਕਿਰਪਾ ਨਾਲ,
ਇਹ ਹੁਣ ਸਾਡੀ ਗੱਲ ਕੀਤੀ ਮਹਾਰਾਜ ਨੇ। ਮੈਂ ਬੜਾ ਨਿਭਾਗਾ ਹਾਂ, ਇਹ ਸਾਡੇ ਵਾਸਤੇ ਮਹਾਰਾਜ ਨੇ ਉਚਾਰਨ ਕੀਤਾ ਹੈ। ਮੈਂ ਕਈ ਵਾਰੀ ਸੋਚਦਾ ਵੀ ਇਹਦੇ ਨਾਲੋਂ ਨਿਭਾਗਾ ਬਣ ਕੀ ਹੋ ਸਕਦਾ ਹੈ। ਘਰ ਦੇ ਕੋਲ ਗੁਰਦੁਆਰਾ ਹੈ, ਗੁਰਦੁਆਰੇ ਦੇ ਦਰਵਾਜ਼ੇ ਦੇ ਅਗਲੇ ਪਾਸਿਓਂ ਦੀ 10 ਵਾਰੀ ਇੱਧਰ ਲੰਘਦਾ ਹੈ, 10 ਵਾਰੀ ਉੱਧਰ ਲੰਘਦਾ ਹੈ, ਪਰ ਅੰਦਰ ਨਹੀਂ ਆਉਂਦਾ, ਮਹਾਰਾਜ ਦੇ ਕੋਲ ਨਹੀਂ ਬੈਠਦਾ, ਕਿਤੇ ਭੁੱਲ ਕੇ ਵੀ ਨਮਸਕਾਰ ਨਹੀਂ ਕਰਦਾ, ਕਿਤੇ ਮਹੀਨੇ ਬਾਅਦ ਸਾਲ ਬਾਅਦ ਕਿਤੇ ਦਰਵਾਜ਼ਾ ਲੰਘਦਾ ਹੈ। ਉਹਦੇ ਨਾਲੋਂ ਨਿਭਾਗਾ ਮਨੁੱਖ ਕਿਹੜਾ ਹੈ। ਪਿੰਡ ਦੇ ਘਰ ਦੇ ਗੁਰਦੁਆਰਾ ਬਿਲਕੁਲ ਨੇੜੇ ਹੋਵੇ, 10 ਵਾਰੀ ਇੱਧਰ ਨੂੰ ਲੰਘਦਾ, 20 ਵਾਰੀ ਇੱਧਰ ਨੂੰ ਲੰਘਦਾ, ਪਰ ਅੰਦਰ ਨਹੀਂ ਜਾਂਦਾ। ਬਾਬਾ ਨਾਨਕ ਜੀ ਸਾਨੂੰ ਸਮਝਾਉਣ ਵਾਸਤੇ ਕਹਿੰਦੇ ਹਨ, ਹਜ਼ੂਰ ਕਹਿੰਦੇ ਨੇ ਬਦ ਬਖਤ ਮੈਂ ਬਹੁਤ ਨਿਭਾਗਾ ਹਾਂ। ਬਦ ਬਖਤ ਹਮ ਚੋ ਬਖੀਲ, ਇਹ ਫਾਰਸੀ ਦਾ ਸ਼ਬਦ ਹੈ। ਹਜ਼ੂਰ ਕਹਿੰਦੇ ਨੇ ਮੇਰੇ ਵਰਗਾ ਈਰਖਾਲੂ ਵੀ ਕੋਈ ਨਹੀਂ, ਮੇਰੇ ਵਰਗਾ ਨਿੰਦਕ ਵੀ ਕੋਈ ਨਹੀਂ। ਹਮ ਚੋ ਬਖੀਲ ਗਾਫਲ, ਗਾਫਲ ਕਹਿੰਦੇ ਨੇ ਮੇਰੇ ਵਰਗਾ ਲਾਪਰਵਾਹ ਵੀ ਕੋਈ ਨਹੀਂ। ਇਹ ਹੁਣ ਸਾਡੀ ਗੱਲ ਕੀਤੀ ਹਨ ਬਾਬਾ ਨਾਨਕ ਜੀ ਨੇ। ਲਾਪਰਵਾਹੀ ਇੰਨੀ ਵਰਤਦੇ ਆ ਵੀ ਜੇ ਕਿਤੇ ਪਰਲੋਕ ਦੀ ਗੱਲ ਆਵੇ, ਅਗਲੇ ਪਾਸੇ ਲੇਖੇ ਜੋਖੇ ਦੀ ਗੱਲ ਆਵੇ, ਅਸੀਂ ਕਹਿੰਦੇ ਭਾਈ ਜੀ ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ। ਕਿੰਨੇ ਦੇਖਿਆ ਹੈ ਉਹ ਪਰਲੋਕ, ਕਿੰਨੇ ਉਹ ਪਰਲੋਕ ਦੇਖ ਕੇ ਇੱਥੇ ਆਣ ਕੇ ਦੱਸਿਆ ਹੈ, ਕਿਹੜਾ ਉੱਥੋਂ ਵਾਪਸ ਆਇਆ ਹੈ। ਜਦੋਂ ਕਿਸੇ ਪਰਲੋਕ ਦੀ ਗੱਲ ਆਵੇ ਜਾਂ ਕਿਤੇ ਅਗਲੇ ਪਾਸੇ ਲੇਖੇ ਜੋਖੇ ਦੀ ਗੱਲ ਆਏ ਤੇ ਅਸੀਂ ਸੁਭਾਵਿਕ ਕਹਿੰਦੇ ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ। ਸਾਡਾ ਭਾਵ ਇਹ ਹੁੰਦਾ ਹੈ ਕਿ ਕਿਸੇ ਨੇ ਨਹੀਂ ਦੇਖਿਆ ਉਹ ਪਰਲੋਕ, ਕਿਸੇ ਨੇ ਨਹੀਂ ਦੇਖਿਆ ਅਗਲਾ ਜਹਾਨ। ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਦੇਖਿਆ ਹੈ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ। ਮਹਾਰਾਜ ਆਖਣ ਲੱਗੇ ਮੈਂ ਦੇਖਿਆ ਹੈ। ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰਦਾ, ਮੈਂ ਕੋਈ ਪੜ੍ਹੀ ਪੜ੍ਹਾਈ ਗੱਲ ਨਹੀਂ ਕਰਦਾ। ਹਜ਼ੂਰ ਕਹਿੰਦੇ ਨੇ ਪਰਮੇਸ਼ਰ ਕੇ ਦੁਆਰੇ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੈ। ਜੋ ਕੁਝ ਮੇਰੇ ਪਰਮੇਸ਼ਰ ਦੇ ਦਰ ਤੇ ਬੀਤ ਰਹੀ ਹੈ, ਜੋ ਉਥੇ ਹਾਹਾਕਾਰ ਮਚੀ ਹੋਈ ਹੈ, ਪਰਮੇਸ਼ਰ ਕੇ ਦੁਆਰੇ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੈ। ਹਜ਼ੂਰ ਕਹਿੰਦੇ ਨੇ ਇਹ ਨਾਨਕ ਉਹੀ ਕਹਿ ਕੇ ਸੁਣਾ ਰਿਹਾ ਜੋ ਕੁਝ ਇਹਨੇ ਦੇਖਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਅਸੀਂ ਕਹਿੰਦੇ ਆ ਵੀ ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ, ਪਰ ਧੰਨ ਗੁਰੂ ਰਾਮਦਾਸ ਜਿਨ੍ਹਾਂ ਦੇ ਦਰ ਤੇ ਬੈਠੇ ਹੋ, ਗੁਰਦੇਵ ਕਹਿੰਦੇ ਨੇ ਹਰ ਕੈ ਦਰ ਸੋ ਵਰਤਿਆ ਸੋ ਨਾਨਕ ਆਖ ਸੁਣਾਵੇ। ਜੋ ਕੁਝ ਮੇਰੇ ਹਰੀ ਦੇ ਦਰ ਤੇ ਵਰਤ ਰਿਹਾ ਹੈ, ਜੋ ਉਥੇ ਬੀਤ ਰਿਹਾ ਹੈ, ਇਹ ਨਾਨਕ ਉਹੀ ਕਹਿ ਕੇ ਸੁਣਾ ਰਿਹਾ ਹੈ। ਪਰ ਅਸੀਂ ਆਪਣੇ ਆਪ ਨੂੰ ਮੁਕਤ ਕਰਨ ਵਾਸਤੇ, ਪਾਸੇ ਕਰਨ ਵਾਸਤੇ ਲਾਪਰਵਾਹ ਹੋ ਕੇ ਇਹ ਗੱਲ ਕਰਦੇ ਹਾਂ। ਬਾਬਾ ਨਾਨਕ ਜੀ ਕਹਿੰਦੇ ਨੇ ਬਦ ਬਖਤ ਮੇਰੇ ਵਰਗਾ ਕੋਈ ਨਿਭਾਗਾ ਨਹੀਂ ਹੈ। ਬਦ ਬਖਤ ਹਮ ਚੋ ਬਖੀਲ, ਮੇਰੇ ਵਰਗਾ ਨਿੰਦਕ ਵੀ ਕੋਈ ਨਹੀਂ, ਈਰਖਾਲ ਵੀ ਕੋਈ ਨਹੀਂ। ਹਮ ਚੋ ਬਖੀਲ ਗਾਫਲ, ਮੇਰੇ ਵਰਗਾ ਲਾਪਰਵਾਹ ਵੀ ਕੋਈ ਨਹੀਂ। ਦੇਖਿਆ ਜਾਏਗਾ ਬੇਨਜ਼ਰ ਬੇਬਾਕ, ਬੇਨਜ਼ਰ ਕਹਿੰਦੇ ਨੇ ਮੇਰੇ ਵਰਗਾ ਢੀਠ ਵੀ ਕੋਈ ਨਹੀਂ। ਢੀਠ ਕਿਹਨੂੰ ਕਹਿੰਦੇ ਨੇ ਸਾਧ ਸੰਗਤ, ਜਿਹਦੇ ਬਾਰੇ ਬਾਬਾ ਫਰੀਦ ਜੀ ਕਹਿੰਦੇ ਹਨ, ਫਰੀਦਾ ਕੋ ਕਹਿੰਦਿਆਂ ਚੁੰਗਿੰਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵਜ਼ਾਇਆ ਸੇ ਕਿਤ ਫੇਰੇ ਚਿਤ। ਬਾਬਾ ਫਰੀਦ ਜੀ ਕਹਿੰਦੇ ਨੇ ਕੂਕਾਂ ਮਾਰ ਮਾਰ ਕੇ ਕਹਿ ਰਿਹਾ ਹਾਂ, ਦੁਹਾਈ ਦੇ ਦੇ ਕੇ ਕਹਿ ਰਿਹਾ ਹਾਂ ਭਾਈ ਅੱਲਾ ਨੂੰ ਜਪੋ, ਖੁਦਾ ਨੂੰ ਜਪੋ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਕੂਕ ਕੂਕ ਕੇ ਕਹਿ ਰਿਹਾ, ਪਰ ਜਿਹੜੇ ਸ਼ੈਤਾਨ ਦੇ ਹੱਥ ਤੇ ਚੜ ਜਾਣ ਉਹ ਕਿੱਥੇ ਸਾਡੀ ਗੱਲ ਸੁਣਦੇ ਹਨ। ਸੁਣ ਕੇ ਐਸ ਕੰਨੋਂ ਦੂਸਰੇ ਕੰਨ ਨਿਕਾਲ ਦਿੰਦੇ ਨੇ। ਜਿਹੜਾ ਬੰਦਾ ਸਿਆਣੇ ਦੀ ਗੱਲ ਤੇ ਅਸਰ ਨਾ ਕਰੇ ਉਹਨੂੰ ਦੁਨੀਆ ਦੇ ਲੋਕ ਢੀਠ ਕਹਿੰਦੇ ਹਨ। ਜਿਹੜਾ ਗੁਰਦੇਵ ਦਾ ਬਚਨ ਮੰਨ ਕੇ ਐਸ ਕੰਨੋਂ ਸੁਣ ਕੇ ਦੂਜੇ ਕੰਨ ਕੱਢ ਦੇ ਉਹਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਢੀਠ ਕਹਿੰਦੇ ਨੇ। ਤੇਰੇ ਵਰਗਾ ਵੀ ਕੋਈ ਢੀਠ ਹੋਏਗਾ। ਮੈਂ ਕਈ ਵਾਰੀ ਸੋਚਦਾ ਸਾਧ ਸੰਗਤ ਮਹਾਰਾਜ ਦੀ ਕਿਰਪਾ ਨਾਲ ਕਿ ਸੱਜਣ ਜਿਹਨੂੰ ਅਸੀਂ ਠੱਗ ਕਹਿੰਦੇ ਆ ਨਾ,
ਆ ਸ਼ਬਦ ਪੜ੍ਹ ਕੇ ਦੇਖ ਲਓ, ਮਹਾਰਾਜ ਨੇ ਉਹਨੂੰ ਬੜੇ ਤਰੀਕੇ ਨਾਲ ਸਮਝਾਇਆ, ਪਰ ਉਹ ਢੀਠ ਨਹੀਂ ਸੀ। ਕੌਡਾ ਰਾਖਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਕੌਡਾ ਵੀ ਢੀਠ ਨਹੀਂ ਸੀ। ਵੈਸੇ ਪ੍ਰੋਫੈਸਰ ਸਾਹਿਬ ਸੇ ਕਹਿੰਦੇ ਨੇ ਉਹਨੂੰ ਰਾਖਸ਼ ਨਹੀਂ ਕਹਿਣਾ ਚਾਹੀਦਾ, ਵੱਖਰੀ ਗੱਲ ਹੈ ਵੀ ਉਹ ਕੋਈ ਕਾਰਨ ਹੋਰ ਸੀ। ਉਹ ਢੀਠ ਨਹੀਂ ਸਨ। ਇੱਕ ਇੱਕ ਸ਼ਬਦ ਸੁਣਿਆ, ਬਾਬਾ ਨਾਨਕ ਜੀ ਦੇ ਰਸਤੇ ਤੇ ਤੁਰ ਪਏ, ਜੀਵਨ ਦੀ ਕਲਿਆਣ ਹੋ ਗਈ, ਪਰਮੇਸ਼ਰ ਤੱਕ ਪਹੁੰਚ ਗਏ। ਹਜ਼ੂਰ ਕਹਿੰਦੇ ਨੇ ਮੈਂ ਢੀਠ ਵੀ ਬਹੁਤ ਹਾਂ। ਇਹ ਸਾਡੀ ਗੱਲ ਕੀਤੀ ਮਹਾਰਾਜ ਨੇ। ਸਾਧ ਸੰਗਤ ਢੀਠ ਆਪਾਂ ਇੰਨੇ ਹਾਂ। ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਹੱਥ ਜੋੜ ਕੇ ਤੁਹਾਡੇ ਕੋਲ ਖਿਮਾ ਚਾਹੁੰਦਾ, ਆਪਣੇ ਵਰਗੇ ਬਹੁਤਿਆਂ ਦੀ ਗੱਲ ਕਰਦਾ। ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਇੱਕ ਪਿੰਡ ਹੈ। ਉਸ ਪਿੰਡ ਵਿੱਚ ਦਾਸ ਇੱਕ ਵਾਰੀ ਕਥਾ ਕਰਨ ਵਾਸਤੇ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਗਿਆ। ਰਾਤ ਦਾ ਦੀਵਾਨ ਹੋਇਆ। ਜਦੋਂ ਸਮਾਪਤੀ ਹੋਈ ਕਥਾ ਦੀ, ਕਿਸੇ ਦੇ ਘਰ ਵਿੱਚ ਪ੍ਰਸ਼ਾਦਾ ਛਕਣ ਜਾ ਰਹੇ ਸਾਂ। ਗਲੀ ਵਿੱਚ ਹਨੇਰਾ ਸੀ। ਸਾਡੇ ਅਗਲੇ ਪਾਸੇ ਦੋ ਨੌਜਵਾਨ ਤੁਰੀ ਜਾਣ, ਦੋ ਗੱਭਰੂ ਤੁਰੇ ਜਾਣ। ਉਹਨਾਂ ਨੇ ਸਾਡੇ ਵੱਲ ਨਹੀਂ ਵੇਖਿਆ ਸੀ, ਦੋ ਸਿੰਘ ਜਾ ਰਹੇ ਸਾਂ। ਉਹਨਾਂ ਗੱਭਰੂਆਂ ਨੇ, ਉਹਨਾਂ ਮੁੰਡਿਆਂ ਨੇ ਸਾਡੇ ਵੱਲ ਨਹੀਂ ਵੇਖਿਆ ਤੇ ਇੱਕ ਜਣਾ ਦੂਜੇ ਨੂੰ ਕਹਿਣ ਲੱਗਾ, ਮੈਨੂੰ ਨਾਮ ਵੀ ਯਾਦ ਹੈ, ਨਾਮ ਲੈ ਕੇ ਕਹਿਣ ਲੱਗਾ, ਓਏ ਵੀਰਿਆ, ਇਹ ਗਿਆਨੀ ਜੀ ਤੇ ਕਹਿ ਰਹੇ ਸਨ ਕਿ ਜਿਹੜਾ ਕੇਸ ਕਟਵਾਲੇ ਉਹ ਸਿੱਖ ਨਹੀਂ ਰਹਿੰਦਾ, ਜਿਹੜਾ ਦਾੜੀ ਕਟਵਾਲੇ ਉਹ ਸਿੱਖ ਨਹੀਂ ਰਹਿੰਦਾ, ਜਿਹੜਾ ਨਸ਼ਾ ਕਰੇ ਉਹ ਸਿੱਖ ਨਹੀਂ ਰਹਿੰਦਾ। ਤੇ ਵੀਰਿਆ, ਇਹਦਾ ਮਤਲਬ ਇਹ ਹੋਇਆ ਵੀ ਅਸੀਂ ਹੁਣ ਸਿੱਖ ਨਹੀਂ ਰਹੇ। ਤੇ ਦੂਜੇ ਦਾ ਜਵਾਬ ਸੁਣੋ, ਦੂਜੇ ਦਾ। ਉਹਦੇ ਮੋਢੇ ਤੇ ਹੱਥ ਮਾਰ ਕੇ ਆਖਣ ਲੱਗਾ, ਓਏ ਐਵੇਂ ਨਹੀਂ ਚਿੰਤਾ ਕਰੀਦੀ, ਐਵੇਂ ਨਹੀਂ ਫਿਕਰ ਕਰੀਦਾ। ਇਹ ਗਿਆਨੀ ਲੋਕ ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਆ, ਇਹ ਜਿਹੜੇ ਭਾਈ ਲੋਕ ਆ ਨਾ, ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਆ। ਸਾਧ ਸੰਗਤ, ਜਦੋਂ ਵਿਦਿਆਰਥੀ ਨੂੰ ਇਹ ਭਰਮ ਪੈ ਜਾਏ, ਵਿਦਿਆਰਥੀ ਇਹ ਸੋਚੇ ਵੀ ਅਧਿਆਪਕ ਕਹਿੰਦਾ ਹੀ ਹੁੰਦਾ ਜੀ ਪੜੋ ਪੜੋ ਪੜੋ, ਤੇ ਤੁਹਾਡਾ ਕੀ ਖਿਆਲ ਆ ਵੀ ਉਹ ਕਿਤੇ PhD ਕਰ ਜਾਏਗਾ, ਕਿਤੇ ਡਾਕਟਰ ਬਣ ਜਾਏਗਾ, ਕਿਤੇ ਵਕੀਲ ਬਣ ਜਾਏਗਾ, ਜੱਜ ਬਣ ਜਾਏਗਾ। ਜਿਹੜਾ ਬੱਚਾ ਇਹ ਸੋਚੇ ਵੀ ਮਾਂ ਕਹਿੰਦੀ ਹੁੰਦੀ ਹੈ ਕਿ ਸ਼ੈਤਾਨੀ ਨਾ ਕਰੋ, ਵੇਲੇ ਨਾ ਘੁੰਮੋ, ਸ਼ਰਾਰਤਾਂ ਨਾ ਕਰੋ, ਪੜਿਆ ਕਰੋ, ਇਹ ਮਾਵਾਂ ਕਹਿੰਦੀਆਂ ਹੁੰਦੀਆਂ ਹਨ, ਕਿ ਉਹ ਕਿਤੇ ਸੰਸਾਰ ਦਾ ਮਹਾਨ ਪੁਰਖ ਬਣ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਹੈ ਮੇਰੇ ਮਾਲਕ, ਮੈਂ ਢੀਠ ਵੀ ਬਹੁਤ ਹਾਂ, ਬੇਬਾਕ ਮੈਂ ਨਿਡਰ ਵੀ ਬਹੁਤ ਹਾਂ, ਬੇਡਾਰੇ ਤੇਰੇ ਕੋਲੋਂ ਡਰਦਾ ਵੀ ਨਹੀਂ। ਸਾਧ ਸੰਗਤ, ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬਗੋਇਦ ਜਾਣ ਤੋਰਾ। ਬਗੋਇਦ ਕਹਿੰਦੇ ਨੇ, ਹੈ ਮੇਰੇ ਪਰਮੇਸ਼ਰ, ਨਾਨਕ ਤੇਰਾ ਦਾਸ ਹੈ, ਤੇ ਤੇਰਾ ਦਾਸ ਨਾਨਕ ਤੈਨੂੰ ਇਹੋ ਹੀ ਬੇਨਤੀ ਕਰਦਾ ਹੈ ਕਿ ਮੇਰੇ ਪੱਲੇ ਗੁਣ ਨਹੀਂ ਹਨ। ਨਾਨਕ ਬਗੋਇਦ ਜਾਣ ਤੋਰਾ, ਤੇਰੇ ਚਾਕਰਾਂ ਪਖਾਗ, ਮੈਂ ਤੇਰੇ ਚਾਕਰਾਂ ਦਾ, ਮੈਂ ਤੇਰੇ ਦਾਸਾਂ ਦਾ ਦਾਸ ਬਣਿਆ ਰਹਾ, ਉਹਨਾਂ ਦੀ ਚਰਨ ਤੂੜੀ ਲੋਚਦਾ ਹਾਂ। ਸਾਧ ਸੰਗਤ, ਪਰਮੇਸ਼ਰ ਦੇ ਪਿਆਰਿਆਂ ਦੀ ਉਸਤਤ ਕੀਤੀ ਗਈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਹਨ, ਹਰ ਜਨ ਰਾਖੇ ਗੁਰ ਗੋਵਿੰਦ। ਮੇਰਾ ਪਰਮੇਸ਼ਰ ਆਪਣੇ ਸੇਵਕਾਂ ਨੂੰ ਰੱਖ ਲੈਂਦਾ ਹੈ। ਕੰਠ ਲਗਾਏ, ਜਿਵੇਂ ਮਾਂ ਆਪਣੇ ਪੁੱਤਰ ਨੂੰ ਕੰਠ ਨਾਲ ਲਾ ਕੇ ਰੱਖਦੀ ਹੈ, ਇਸੇ ਤਰ੍ਹਾਂ ਮੇਰਾ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਕੇ ਰੱਖਦਾ ਹੈ। ਕੰਠ ਲਗਾਏ ਅਵਗੁਣ ਸਭ ਮੇਟੇ, ਉਹਨਾਂ ਦੇ ਅਵਗੁਣ ਮਿਟਾ ਦਿੰਦਾ ਹੈ। ਦਿਆਲ ਪੁਰਖ ਬਖਸ਼ੰਦ, ਏਡਾ ਦਿਆਲੂ ਹੈ, ਏਡਾ ਬਖਸ਼ਿਸ਼ਾਂ ਕਰਨ ਵਾਲਾ ਹੈ। ਮੇਰਾ ਮਾਲਕ ਆਪਣੇ ਸੇਵਕਾਂ ਦੀ ਰੱਖਿਆ ਵੀ ਕਰਦਾ ਹੈ। ਸਾਧ ਸੰਗਤ, ਭਗਤ ਨਾਮਦੇਵ ਜੀ, ਬੜੇ ਧਿਆਨ ਨਾਲ ਸਰਵਣ ਕਰਨਾ। ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਪ੍ਰਭੂ ਆਪਣੇ ਸੇਵਕਾਂ ਦੀ ਇਸ ਕਰਕੇ ਰੱਖਿਆ ਕਰਦਾ ਹੈ। ਪਰਮੇਸ਼ਰ ਜੀ ਭਗਤ ਨਾਮਦੇਵ ਦੇ ਰਾਹੀਂ ਬੋਲਦੇ ਹਨ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਜਿੰਨੇ ਵੀ ਭਗਤ ਸਹਿਬਾਨਾਂ ਦੀ, ਗੁਰੂ ਸਹਿਬਾਨਾਂ ਦੀ, ਰੱਬ ਦੇ ਪਿਆਰਿਆਂ ਦੀ ਬਾਣੀ ਹੈ, ਇਹਨਾਂ ਦੇ ਅੰਦਰੋਂ ਰੱਬ ਬੋਲਿਆ ਹੈ, ਪਰਮੇਸ਼ਰ ਬੋਲਿਆ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਰੱਬ ਪਤਾ ਕੀ ਕਹਿੰਦਾ ਹੈ, ਦਾਸ ਅਨਿਨ ਮੇਰੋ ਨਿਜ ਰੂਪ। ਅਨਿਨ ਕਹਿੰਦੇ ਨੇ, ਰੱਬ ਜੀ ਕਹਿੰਦੇ ਨੇ, ਜਿਹੜਾ ਮੇਰਾ ਸੇਵਕ ਮੇਥੋਂ ਬਿਨਾ ਹੋਰ ਕਿਸੇ ਨਾਲ ਪਿਆਰ ਨਹੀਂ ਕਰਦਾ, ਜਿਹੜਾ ਮੇਰਾ ਸੇਵਕ ਮੇਰੇ ਨਾਲ ਹੀ ਪਿਆਰ ਕਰਦਾ ਹੈ, ਹੋਰ ਕਿਸੇ ਤੇ ਆਸ ਨਹੀਂ ਰੱਖਦਾ,
वो मेरा निज स्वरूप है, वो मेरा अपना रूप है। धन गुरु गोबिंद सिंह महाराज ने बख्शिश की सी, जेड़ा मेरा सिख खंडे की पहो लहेगा, रहतां विच परपक्क रहेगा, चार बजर करैतां तो बच के रहेगा, ते धन गुरु महाराज जी दे पावन शब्द तो बड़ा किसी ते विश्वास नहीं रखेगा, वो मेरा स्वरूप है खालसा, मेरो रूप है खास। भगत नामदेव जी कहते हैं कि रब जी पता की कहते ने, दास अनिन मेरो निज रूप, वो मेरा ही स्वरूप है। दर्शन निमख ताप त्रय मोचर, परसत मुक्त करत गृह कूप। मेरे ਜਿਹੜੇ ਦਾਸ ਹਨ ਉਹਨਾਂ ਦਾ ਦਰਸ਼ਨ ਕੀਤਾ ਤਿੰਨੇ ਤਾਪ ਉਤਰ ਜਾਂਦੇ ਹਨ। ਉਹਨਾਂ ਦੇ ਚਰਨ ਪਰਸਿਆਂ ਮਨੁੱਖ ਵਿਕਾਰਾਂ ਦੇ ਜੰਜਾਲ ਵਿੱਚੋਂ ਨਿਕਲ ਆਉਂਦਾ ਹੈ। ਫਿਰ ਰੱਬ ਜੀ ਪਤਾ ਕੀ ਕਹਿੰਦੇ ਨੇ ਆਪਣੇ ਸੇਵਕ ਬਾਰੇ, ਮੇਰੀ ਬਾਂਦੀ ਭਗਤ ਛੁਡਾਵੇ। ਜੇ ਮੈਂ ਕਿਸੇ ਨੂੰ ਬੰਨ ਦਿਆਂ ਮੇਰਾ ਭਗਤ ਉਹਨੂੰ ਛੁਡਾ ਸਕਦਾ ਹੈ। ਮੇਰੀ ਬਾਂਦੀ ਭਗਤ ਛੁਡਾਵੇ, बांधे भगत न छूटे मोहे। ते जे मेरा भगत किसी नूं बन दे ते मैं नहीं छड़ा सकता, मैं अपने भगत की अवग्या नहीं कर सकता। हजूर कहते ने भी रब जी पता की कहते, भगत जी कहते ने, एक समय मोको गह बांधे। रब कहंदा भी जे मैं तुरिया जांदा होवां ते मेरा भगत मैनू फड़ के बन ले। एक समय मोह को गह कहते ने मैनू फड़ के रस्से नाल बन ले मेरा भगत। एक समय मोह को गह बांधे, ते जदों मैनू मेरा भगत बन रहा होवे तो फोन मोह पै जवाब ना होए। मैं उजर नहीं कर सकता, मैं कुछ नहीं सकता भी तू मैनू क्यों बनन लगा है। साध संगत परमेश्वर अपने प्यारिਆਂ ਦੀ इज्जत रखता है, अपने प्यारिਆਂ ਦਾ सहाई हुंदा है। धन गुरु अर्जन देव जी महाराज अज दे पावन शब्द विच हजूर कहंदे मेरा रब एडी कृपा करदा है, राख लीए अपने जन आप। मेरा परमेश्वर अपने सेवकां नूं आप ही रखदा। रखण तो भाव की है साध संगत, उन्हां दी इज्जत रखदा है, उन्हां दी पैज रखदा है। जदों रागी सिंह आसा दी वार दा भोग पाउंदे हन, एक शब्द पढ़ते धन गुरु रामदास महाराज का। हजूर कहते ने मेरा परमेश्वर शुरू तो भगतां नूं पैदा करता आया है। कलयुग विच भी भगत होए। वैसे श्री गुरु ग्रंथ साहब महाराज की बाणी अनुसार कलयुग हो रहा है, सतयुग हो रहा है, त्रेता हो रहा है, द्वापर हो रहा है, पढ़ो आसा दी वार। पर धन गुरु रामदास महाराज कहते ने मेरा परमेश्वर हर युग विच भगत पैदा करता आया है, ते हर युग विच उन्हें भगतां दी पैज रखी है। हर युग युग भगत उपाया पैज रखदा आया राम राज। इथों तक पैज रखदा है, हर नाखश दुष्ट हर मारिया प्रहलाद तराया। जे हरनाकश नूं मार के भी पैज रखनी पई उन्हें फिर भी रख लई। हरनाकश पिओ सी, प्रहलाद पुत्र सी, पर जे हरनाकश नूं मार के भी पैज रखनी पई मेरे रब जी ने तां भी रख लई। हजूर कहंदे ने हंकारी निंदकां पेठ दे, नाम दिओ मुख लाया। वो एडी पैज रखदा है, हंकारियां वाले पासे पिठ कर लैंदा है, ते निंदकां वाले पासे जिन्हां ने शूदर शूदर आख्या सी उन्हां वल पिठ कर लैंदा है। भगत नामदेव जी वाल फिर दिया देहोरा नामे को, पंडियन को पिछवार ला। भगत नामदेव जी वाल मुख कर लिया। अजे भी उस मंदिर का दरवाजा उसे पासे है। हर युग विच अपने भगतां दी पैज रखदा है। घर कृपा हर हर नाम दीनो। हजूर कहंदे ने मेरा परमेश्वर कृपा करके रहमत करके अपने प्यारिਆਂ ਨੂੰ बख्शिश करदा है। केड़ी बख्शिश करदा है? नाम दी बख्शिश करदा है। साध संगत जे को सानू पुछ ले कि गुरु जी दी प्रसन्नता सब तो वड्डी केड़ी है, किवें पता लगे भी गुरु जी साडे ते प्रसन्न हन। चंगा घर बन जाना,
ਪੁੱਤਰਾਂ ਦੀ ਦਾਤ, ਕਾਰੋਬਾਰ, ਇਹ ਵੀ ਪ੍ਰਸੰਨਤਾ ਹੈ। ਪਰ ਭੱਟ ਸਹਿਬਾਨ ਕਹਿੰਦੇ ਨੇ ਵੀ ਜੇ ਪਤਾ ਕਰਨਾ ਹੋਵੇ ਵੀ ਗੁਰੂ ਸਭ ਤੋਂ ਜ਼ਿਆਦਾ ਪ੍ਰਸੰਨ ਕਿਹਦੇ ਤੇ ਹੈ ਤੇ ਕਿਵੇਂ ਪਤਾ ਲੱਗੇ, ਭੱਟ ਜੀ ਕਹਿੰਦੇ ਨੇ ਗੁਰ ਜਿਨ ਕੋ ਸੋ ਪ੍ਰਸੰਨ, ਜਿਨ੍ਹਾਂ ਤੇ ਗੁਰੂ ਪੂਰਾ ਪ੍ਰਸੰਨ ਹੋਵੇ, ਨਾਮ ਹਰ ਹਿਰਦੈ ਨਿਵਾਸੈ, ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਕਰਦਾ ਹੈ। ਜਿਨ ਕੋ ਗੁਰ ਸੋ ਪ੍ਰਸੰਨ, ਮਾਨ ਅਭਿਮਾਨ ਨਿਵਾਰੈ, ਉਹਨਾਂ ਦੇ ਅੰਦਰੋਂ ਮਾਨ ਤੇ ਹੰਕਾਰ ਖਤਮ ਕਰ ਦਿੰਦਾ ਹੈ। ਗੁਰ ਜਿਨ ਕੋ ਸੋ ਪ੍ਰਸੰਨ, ਦੁਰਤ ਦੁਰੰਤਰ ਨਾਸੈ, ਉਹਨਾਂ ਦੇ ਦੁੱਖ ਪਾਪ ਸਾਰੇ ਨਾਸ਼ ਕਰ ਦਿੰਦਾ ਹੈ। ਉਹਨਾਂ ਕੋਲੋਂ ਪਾਪ ਨਹੀਂ ਹੁੰਦਾ, ਉਹਨਾਂ ਕੋਲੋਂ ਅਪਰਾਧ ਨਹੀਂ ਹੁੰਦਾ। ਗੁਰ ਜਿਨ ਕੋ ਸੋ ਪ੍ਰਸੰਨ, ਸ਼ਬਦ ਲਗ ਭਵ ਜਲ ਤਾਰੈ, ਜਿਨ੍ਹਾਂ ਤੇ ਗੁਰੂ ਪ੍ਰਸੰਨ ਹੋ ਜਾਏ ਉਹਨਾਂ ਨੂੰ ਸ਼ਬਦ ਵਾਲੇ ਪਾਸੇ ਲਾ ਕੇ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਹਜ਼ੂਰ ਕਹਿੰਦੇ ਨੇ ਮੇਰਾ ਮਾਲਕ ਜੀ ਦੇ ਤੇ ਕਿਰਪਾ ਕਰਦਾ ਹੈ, ਉਹਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਬਿਨਸ ਗਏ ਸਭ ਸੋਗ ਸੰਤਾਪ, ਉਹਨਾਂ ਦੇ ਸਾਰੇ ਸੋਗ ਸੰਤਾਪ, ਸੋ ਕਹਿੰਦੇ ਹਨ ਪਾਪ ਕੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ, ਉਹਨਾਂ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਸਾਧ ਸੰਗਤ ਭਗਤ ਰਵਿਦਾਸ ਜੀ ਕਹਿੰਦੇ ਹਨ ਮੇਰੇ ਪ੍ਰਭੂ ਦੇ ਪਿਆਰਿਆਂ ਦਾ ਇੱਕ ਵੱਖਰਾ ਹੀ ਸ਼ਹਿਰ ਵਸਿਆ ਹੋਇਆ ਹੈ। ਉਸ ਸ਼ਹਿਰ ਦਾ ਨਾਮ ਕੀ ਹੈ? ਭਗਤ ਜੀ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ, ਉਸ ਸ਼ਹਿਰ ਦਾ ਨਾਮ ਹੈ ਬੇਗਮਪੁਰਾ। ਉੱਥੇ ਰਹਿਣ ਵਾਲੇ ਲੋਕਾਂ ਨੂੰ ਕੋਈ ਗਮ ਨਹੀਂ, ਦੁੱਖ ਅੰਦੋਹ ਨਹੀਂ ਤੇ ਠਾਂ, ਉੱਥੇ ਰਹਿਣ ਵਾਲੇ ਲੋਕਾਂ ਨੂੰ ਕੋਈ ਦੁੱਖ ਨਹੀਂ ਪਾਉਂਦਾ, ਕੋਈ ਚਿੰਤਾ ਨਹੀਂ ਪਾਉਂਦੀ, ਦੁੱਖ ਅੰਦੋਹ ਨਹੀਂ ਤੇ ਠਾਂ। ਆਪ ਮੋਹੇ ਵਤਨ, ਆਪ ਮੋਹੇ ਖੂਬ ਵਤਨ ਗੈ ਪਾਈ। ਭਗਤ ਰਵਿਦਾਸ ਕਹਿੰਦੇ ਨੇ ਮੈਨੂੰ ਬੜੀ ਸੋਹਣੀ ਨਗਰੀ ਲੱਭ ਗਈ ਹੈ, ਬੜਾ ਸੋਹਣਾ ਸ਼ਹਿਰ ਲੱਭ ਗਿਆ ਹੈ। ਉਹਾਂ ਖੈਰ ਸਦਾ ਮੇਰੇ ਭਾਈ, ਭਾਈ ਉੱਥੇ ਸਦਾ ਖੈਰਾਂ ਹੀ ਖੈਰਾਂ ਹਨ, ਉੱਥੇ ਸਦਾ ਸੁਖ ਹੀ ਸੁਖ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਜਿਹੜੇ ਬੇਗਮਪੁਰੇ ਦੇ ਵਾਸੀ ਬਣ ਜਾਣ ਉਹਨਾਂ ਦੀ ਪਾਤਸ਼ਾਹੀ ਕਾਇਮ ਰਹਿੰਦੀ ਹੈ, ਉਹਨਾਂ ਦੀ ਪਾਤਸ਼ਾਹੀ ਅਟਲ ਰਹਿੰਦੀ ਹੈ। ਦੋ ਮਨਾ ਸੇਮ ਏਕ ਸੁਆਹੀ, ਉੱਥੇ ਕੋਈ ਦੂਜਾ ਨਹੀਂ, ਉੱਥੇ ਕੋਈ ਤੀਜਾ ਨਹੀਂ, ਉੱਥੇ ਸਭ ਬਰਾਬਰ ਹਨ। ਆਬਾਦਾਨ ਸਦਾ ਮਸ਼ਹੂਰ। ਭਗਤ ਜੀ ਕਹਿੰਦੇ ਨੇ ਉਹ ਸ਼ਹਿਰ ਸ਼ੁਰੂ ਤੋਂ ਮਸ਼ਹੂਰ ਰਿਹਾ ਹੈ। ਉਹਾਂ ਗਣੀ ਬਸੇ ਮਾਮੂਰ, ਉੱਥੇ ਬੜੇ ਰੱਜੇ ਪੁੱਜੇ ਲੋਕ ਵਸਦੇ ਹਨ, ਉੱਥੇ ਬੜੇ ਤਨਾੜ ਲੋਕ ਵਸਦੇ ਹਨ। ਤਿਉਂ ਤਿਉਂ ਸੈਲ ਕਰੇ ਜਿਉਂ ਪਾਵੈ, ਜਿਹੜੇ ਬੇਗਮਪੁਰੇ ਦੇ ਵਾਸੀ ਬਣ ਜਾਣ, ਜਿਸ ਤਰ੍ਹਾਂ ਉਹਨਾਂ ਦਾ ਜੀ ਕਰਦਾ ਹੈ ਉਸ ਤਰ੍ਹਾਂ ਹੀ ਸੈਰ ਕਰਦੇ ਹਨ। ਉਹਨਾਂ ਦੇ ਆਨੰਦ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ, ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਹਨ। ਸਾਧ ਸੰਗਤ ਇਤਿਹਾਸ ਵਿੱਚ ਇੱਕ ਗਾਥਾ ਆਈ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦਪੁਰ ਖੁੱਸ ਗਿਆ, ਪਰਿਵਾਰ ਸ਼ਹੀਦ ਹੋ ਗਿਆ। ਮਾਸ਼ੀਵਾੜੇ ਦੇ ਜੰਗਲਾਂ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਮੁਕਤਸਰ ਦਾ ਜੰਗ ਲੜ ਕੇ ਜਦੋਂ ਤਲਵੰਡੀ ਸਾਬੋ ਗਏ ਹਨ, ਤਲਵੰਡੀ ਸਾਬੋ ਵਿੱਚ ਮਹਾਰਾਜ ਦਰਬਾਰ ਲਾ ਕੇ ਬੈਠੇ ਹੋਏ ਸਨ। ਹਜ਼ੂਰ ਨੇ ਉਹ ਦਿਨ ਚਿੱਟੀ ਪੋਸ਼ਾਕ ਪਾਈ ਸੀ, ਕੇਸਰੀ ਰੰਗ ਦੀ ਦਸਤਾਰ ਸਜਾਈ ਸੀ, ਸ਼ਸਤਰਾਂ ਬਸਤਰਾਂ ਨਾਲ ਸੱਜੇ ਹੋਏ ਸਨ। ਜਿਹੜਾ ਦਿੱਲੀ ਤੋਂ ਰਿਸ਼ਤੇ ਵਿੱਚ ਔਰੰਗਜ਼ੇਬ ਦਾ ਕਿਸੇ ਰਿਸ਼ਤੇ ਤੋਂ ਚਾਚਾ ਲੱਗਦਾ ਸੀ, ਉਹ ਲਿਖਦਾ ਹੈ ਆਪਣੀ ਕਲਮ ਦੇ ਨਾਲ, ਮੈਂ ਸੋਚਿਆ ਵੀ ਹੁਣ ਗੋਬਿੰਦ ਸਿੰਘ ਨੂੰ ਮੈਂ ਆਨੰਦਪੁਰ ਵੀ ਦੇਖਿਆ ਹੈ, ਹੁਣ ਗੋਬਿੰਦ ਸਿੰਘ ਪਛਤਾਉਂਦਾ ਹੋਏਗਾ, ਹੁਣ ਉਹਦੀ ਅਵਸਥਾ ਦੇਖਣੀ ਚਾਹੀਦੀ ਹੈ। ਪਰ ਔਰੰਗਜ਼ੇਬ ਦਾ ਜਿਹੜਾ ਕਿਸੇ ਰਿਸ਼ਤੇ ਤੋਂ ਚਾਚਾ ਲੱਗਦਾ ਸੀ, ਉਹ ਲਿਖਦਾ ਹੈ, ਕਹਿੰਦਾ ਜਦੋਂ ਮੈਂ ਤਲਵੰਡੀ ਸਾਬੋ ਪਹੁੰਚਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੱਛਾ ਕਰਦਾ ਕਰਦਾ, ਕਹਿੰਦਾ ਤਲਵੰਡੀ ਸਾਬੋ ਦਰਬਾਰ ਸਜਿਆ ਹੋਇਆ ਸੀ। ਉਸ ਦਿਨ ਉਸ ਮਰਦ ਅਗੰਮੜੇ ਨੇ ਕੇਸਰੀ ਦਸਤਾਰ ਸਜਾਈ ਸੀ।
ਸ਼ਸਤਰਾਂ ਬਸਤਰਾਂ ਨਾਲ ਸੱਜਿਆ ਹੋਇਆ ਸੀ। ਕਹਿੰਦਾ ਜਦੋਂ ਮੈਂ ਉਹਨਾਂ ਦੇ ਮੁਖ ਤੋਂ ਰੱਬ ਦੀਆਂ ਵਿਚਾਰਾਂ ਸੁਣੀਆਂ ਤੇ ਮੈਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਇਸ ਮਰਦ ਅਗੰਮੜੇ ਦਾ ਖਾਸ ਦੇ ਦਾਣੇ ਜਿੰਨਾ ਵੀ ਨੁਕਸਾਨ ਨਹੀਂ ਹੋਇਆ ਹੁੰਦਾ। ਕਹਿੰਦਾ ਮੈਂ ਬਲਹਾਰ ਜਾਵਾਂ ਉਸ ਮਰਦ ਅਗੰਮੜੇ ਤੋਂ ਜਿਹਦੇ ਤੇ ਕੋਈ ਚਿੰਤਾ ਨਹੀਂ, ਕੋਈ ਚੋਰਾ ਨਹੀਂ, ਨਾ ਆਨੰਦਪੁਰ ਖੁੱਸੇ ਦਾ, ਨਾ ਪੁੱਤਰ ਸ਼ਹੀਦ ਹੋਏ ਦਾ, ਨਾ ਏਡੇ ਵੱਡੇ ਨੁਕਸਾਨ ਹੋਏ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਹਦੇ ਤੇ ਮੇਰਾ ਮਾਲਕ ਕਿਰਪਾ ਕਰਦਾ ਹੈ ਉਹਦੇ ਸਾਰੇ ਸੋਗ ਸੰਤਾਪ ਜਿਹੜੇ ਹਨ, ਚਿੰਤਾਵਾਂ ਚੋਰੇ ਸਾਰੇ ਖਤਮ। ਗੁਣ ਗੋਵਿੰਦ ਗਾਵੋ ਸਭ ਹਰ ਜਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਇਹੋ ਜਿਹੇ ਪਰਮੇਸ਼ਰ ਗੁਣ ਗਾਓ। ਕਿਹੋ ਜਿਹੇ ਪਰਮੇਸ਼ਰ ਦੇ? ਜਿਹੜਾ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ, ਜਿਹੜਾ ਕਿਰਪਾ ਕਰਕੇ ਨਾਮ ਦੀ ਦਾਤ ਦਿੰਦਾ ਹੈ, ਸੰਤਾਪ ਸਾਰੇ ਦੂਰ ਕਰ ਦਿੰਦਾ ਹੈ। ਹਜ਼ੂਰ ਕਹਿੰਦੇ ਨੇ ਭਾਈ ਸਾਰੇ ਰਲ ਕੇ ਇਹੋ ਜਿਹੇ ਪਰਮੇਸ਼ਰ ਦੇ ਗੁਣ ਗਾਇਆ ਕਰੋ ਤੇ ਸਦਾ ਹੀ ਗਾਇਆ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਾਰੀ ਸੰਗਤ ਕਿਰਪਾ ਕਰੋ। ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ। मानस जन्म अमूलक पायो, मानस जन्म अमूलक पायो, मानस बिरथा काहे गवावो साधो, गोविंद के गुण गावो, गोविंद के गुण गावो साधो, गोविंद के गुण गावो, गोविंद के गुण। हजूर कहंदे ने गुण गोविंद गावो सब हर जन। हे भाई सारे रल के परमेश्वर दे गुण गाया करो। राग रतन रसना आलाप। साध संगत गुरु जी ने राग नू रतन आख्या है। पाप के सोहने रागां दे राहीं परमेश्वर दी सिव सलाह करया करो, बाणी गाया करो। साध संग सिख रहत मर्यादा दे मुताबक धन श्री गुरु ग्रंथ साहब महाराज दी बाणी नू रागां विच गाउण दा नाम कीर्तन है। गुरु जी ने 31 राग उच्चारण किए हैं, पर अज सानू रागां वाले पास जिहड़ी तवज्जो घटदी जा रही है। हजूर कहंदे ने भाई सोहणे सोहणे रागां दे समेत उस परमेश्वर दी सिफ सलाह करया करो जी। कोट जन्म की तृष्णा निवरी। हजूर आखन लगे जे तू अपनी रसना दे नाल सोहणे सोहणे रागां नाल ओहदे गुण गाएगा, इकट्ठे होकर परमेश्वर दे गुण गाओगे। हजूर आखन लगे तेरे करोड़ां जन्मां दी जिहड़ी माया दी तृष्णा लगी हुई है, हजूर आखन लगे वो लथ जाएगी। करोड़ां जन्मां दी जिहड़ी साडे मगर तृष्णा लगी हुई है, हजूर कहंदे ओहदे तो खलासी हो जाएगी। साध संगत तृष्णा की है? सैस खट्टे लख को उठता है। बंदा कहंदा मेरे कोल 100 रुपया आ जाए, फिर कहंदा 1000 आ जाए। ये उस वेले दी बात है जदों 100 रुपया बहुत औखा बनता सी। हजूर कहंदे ने पहला कहंदा भी 100 जमा हो जाए, फिर कहंदा हुण 1000 आ जाए। सैस खट्टे लख को उठता वै, फिर कहंदा लखां आ जा। त्रिपत न आवे माया पाशा पावे। हजूर कहंदे ने तृप्ति नहीं आउंदी, माया दे पिछे दौड़ा फिरदा है। तृष्णा बुझै हर कै नाम। परमेश्वर दे नाम तो बिना ये नहीं बुझदी। साध संगत एक साईं बहलोल होए हन,
गुरु नानक देव जी महाराज दे वेले जदों महाराज मक्के तो मदीने गए, मदीने तो वापस आ रहे सन, सच्चे पातशाह दा कुछ फकीरां नाल मलाप होया। एक साईं बहलोल सी, उन्हें गुरु नानक देव जी महाराज जी की संगत की, कुछ दिन सफर किया। साईं बहलोल दा बड़ा सत्कार सी इस्लाम दे विच। गुरु की साखी से लिखा भी साईं बहलोल अपने तकिए तो बाहर बैठा है। इराक दा बादशाह ओदे दीदार करने वास्ते आया, लत्तां वछा के बैठे हुए सन। सर्दियां दी निगी निगी धुप सी, धुप सेक रहे सन। इराक दा बादशाह आया, उन्हें घोड़ा रोकिया, फौजां उहदे नाल सन। साईं बहलोल जी लत्तां वछा के निसलियां करके टोल आके बैठे रहे। उहदे जेड़े एहलकार सन उन्होंने आख्या जी ये इराक दा बादशाह है। साईं बहलोल जी चुप रहे। इराक दा बादशाह आप आखन लगा जी मैं इराक दा बादशाह हां, तुहाडी चरणबोशी करन आया हां, कुछ हुक्म करो, कुछ सेवा बख्शो ताकि मैं तुहाडी चरणबोशी करके सेवा कर सकां। साईं बहलोल आखन लगा कुछ भी नहीं चाहिए, सब कुछ मिलिया होया है। जदों दोबारा पुछया, साईं बहलोल आखन लगा मेरे अल्लाह दी बख्शिश जेड़ी निगी निगी धुप है वो मेरे तक आ रही है, अपने घोड़ियां नूं अगले पासे कर लो ते तुहाडे वर्गे दुनियावी लोग साडा आण के वक्त ना जाया करया करन, बस तेरे लैके ही सेवा है। इराक दा बादशाह चलिया गया। कहंदे ने जेड़े मरीद सन, मरीदां ने आख्या भी साईं बहलोल जी जेड़ा साडा इबादत खाना है ओदी छत टुटी हुई है, जदों असीं नमाज पढ़ीए वरखा आज छत चौंदी है। इराक दा बादशाह पुछदा सी कोई सेवा दसो, जे तुसीं ओनू हुक्म करदे ते इबादत खाना नवां बना देना सी। साईं बहलोल आखन लगे की करां, जदों दा बाबे नानक दी संगत विच मलाप होया है, जदों दे बाबे नानक दे चरण परसे हन, उन्हां दे दीदार होए हन पीरां दे पीर, वलियां दे वली गुरु नानक देव जी महाराज दे, उन्हां दे दर्शनां तो बाद अंदर भुख ही कोई नहीं रह गए, तृष्णा खत्म हो गई है। की मंगा अंदर अंदर मंगण वाली बिरती खत्म हो गई है। भाई मर्दाने ने गुरु नानक देव जी महाराज नूं बेनती की सी। बाबा नानक जी आखन लगे भाई मर्दानिया सारे संसार विच तू मेरे नाल गया है, दुनिया दे लोग कुछ ना कुछ मंगते हैं, तू कदे कुछ नहीं मंगया। भाई मर्दानिया तू भी कुछ मंग लै। भाई मर्दाना जी कहंदे ने हे बाबा नानक जे मेरे ते त्रुठे हो ते ये कृपा करो, हे मेरे बाबा नानक एक कृपा करो, जे कुछ मंगदा तो मैं यही मंगदा हाँ, मेरे अंदरों मंगण की बिरती खत्म हो जाए, मंगण वाली जेड़ी मेरी अंदर बिरती है वो नाश हो जाए, कुछ भी ना मंगा बस ये कृपा करो। बाबा फरीद जी पता की कहंदे ने, बाबा फरीद जी कहंदे ने ये जेड़ा शरीर साडा है जदों लालच विच आ जाए फिर इनू कुत्ता भी आख्या है, जिथे इनू दुर्लभ आख्या है, वडभागी आख्या है, उथे लालच जदों करदा इनू फिर कुत्ता भी आख्या है। द्वारे द्वार सवान जो डोलत। बाबा फरीद जी कहंदे ने फरीदा एह तन भौंकना नित नित दुखिए कौन। बाबा फरीद जी आखन लगे इस काम कुत्ते दा ते भौंकना ही है, कुछ ना कुछ मंगदा रहिंदा है। असीं हुण कंन ही बंद कर लए हन, कन्नी बुझे दे रहा किती वगै पाउन। बाबा फरीद जी कहंदे मैं इस शरीर कुत्ते दी गल ही कोई नहीं सुनदा, बड़ा कुछ मंगदा है, मैं नहीं हुण इहदी गल सुनदा। साध संगत जे भगतां ने कुछ मंगिया भी है ते मंग के बाद विच की कहंदे ने, की मंगिया है? थोड़ी जी दाल मंगी है, थोड़ा जा आटा मंगिया है। रब जी पुछदे ने भी की चाहिदा है?
भगत धन्ना जी ने कहा सी, भगत धन्ना जी ने, रब जी मैं सुनिया भी जेड़े तेरे भगती करदे तू उन्हां दे काम सवार देना। गोपाल तेरा आरता, आरता कहंदे ने मैं तेरा मगता, मैं सुनिया भी जो जन तुमरी भगत करन ते तिनके काज सवारता तू उन्हां दे काम सवारना। रब जी कहंदे भी हां, जेड़ा जेड़ा मेरी भगती करदा मैं उहदे काम सवारना। धन्या तेरा काम केड़ा है, तैनू भी कोई काम है ते दस। ते काम की दसिया, कहंदे बस आ दाल चाहिदी है ते आटा चाहिदा, दाल सीधा मांगू घीओ हमारा खुशी करया नित जियो। साध संत ज्ञानी सोहण सिंह सीतल जी कहंदे भी रब जी ने कहा कि तू कहना मैनू दाल चाहिदा आटा चाहिदा, ते जिन्ना क कबीर ने मंगया सी उन्ना क दे दियां। सीतल जी कहंदे ने भगत धन्ना जी आखन लगे भी पहला मैनू बोल के दसो भी कबीर ने की मंगया। रब जी कहंदे भी उन्हें मंगया है दोए सिर मांगू चूना, 2 सिर आटा मंगया है, पाओ घिओ संग लूना, पाइया घिओ मंगया रोज दा, लून मंगया है। अध सिर मांगू दाले, अद्धा सिर दाल मंगी है, मोको दोनों वक्त जिवाले, दोवें वेले ताकि मैं जीव सका। ते मैं नाही कीता लबो एक नौ तेरा मैं फब्बो। एक एक मंजी चाहिदी है, तलाई चाहिदी है, खाट मांगू चौपाई सरहाना अवर तलाई। कल्ले कल्ले जी नूं एक एक मंजी चाहिदी है, तलाई चाहिदी है, रजाई चाहिदी। ते इन्नियां चीजां मंग के भगत जी कहंदे ने मैं नाही कीता लबो, रब जी मैं लालच नहीं कीता दुनिया वांग। ते भगत धन्ना जी कहंदे ने भी बाबा कबीर दा होर गृहस्थी विच रहना सी, मेरा होर है, असीं हैं जिमींदार लोग। जे मैं तेरी भगती करनी ते मेन तोड़ के मैनू आटा नहीं चाहिदा, रोज दे रोज मेन तोड़वा आटा नहीं चाहिदा। दाल सीधा मांगू घिओ हमारा खुशी करे नित जियो। रब जी आखन लगे फिर तू दस भी तेनू किन्ना क आटा चाहिदा। भगत जी कहंदे ने हमरा खुशी करे ने, तो जिन्ना मेरा जी करे मैं आटा वरता, जिन्ना मेरा जी करे मैं दाल वरता। गिनती मिनती का नहीं चाहिए, पर मेरी मटकी चो आटा नहीं मुकना चाहिए। पनिया शहादन नीका, आखन लगे मैनू वधिया जुत्ती चाहिए है। वेखो भगत धन्ने ने मंजी ते बिस्तरा नहीं मंगया, आखन लगे जिमींदार लोग वाहना विच सौ लैंदे ने। वधिया मैनू कपड़ा चाहिए है, वधिया जुत्ती चाहिए है, एक अरबी घोड़ी चाहिए है, ताकि पता लगे भी रब दा भगत जा रहा। पनिया शादन नीका अनाज मांगू सत सीका। सत सीका कहंदे ने जेड़ी जमीन नूं 7 वारी वाया होवे ओदे दाने बड़े मोटे हुंदे ने। भगत जी कहंदे ने भगती तेरी करनी आ, हल ज्यादा नहीं वगना मेरे कोलों, एक अद्धी पाड़ ही पैनी आ मखां, ते एक अद्धी पाड़ पावां ते दाने बीजां, ते जेड़े कणक नूं दाने लगन इस तरह दाने होण जिवें 7 वारी वाह के दाने बीजे हुंदे ने। अनाज मांगू सत सीका, ते जे मेरे दाने कमजोर होए ना मेरी कणक दे, ते जिमींदारां ने आख्या ना वाहिगुरू दी भगत, गुरु रब दी भगती करदा ते भगती दा फल की प्राप्त होया। अनाज मांगू सत सीका, गऊ भैंस मांगू लवेरी। एक गऊ चाहिए, एक मझ चाहिए, पर जेडे लवेरी दुध देने वाली हो, एक ताजन तुरी चंगेरी, एक अरबी घोड़ी चाहिए, पता लगे रब दा भगत जा रहा। ते भगत धन्ना जी कहंदे ने मैं भी इहदे विच लालच नहीं कीता, मेरियां लोड़ां हन। साध संगत जे किते रब सानू पुछ ले भी की चाहिदा, अज असी लालच विच आण के इसे करके अज सारियां कौमां चों जे सब तो ज्यादा आबादी घटी है वो साडी आबादी घटी है। असी एक एक पुत्र ते आ गए। ते साध संगत पिछले साल दा अंकड़ा दसदा है, एक साल विच 150 परिवार सिखां दा खत्म हो गया। 150 परिवार खत्म हो गया। एक पुत्र एक्सीडेंट होया, कोई बहाना बन गया, 150 परिवार सिखां दा खत्म हो गया। इकलौता पुत्र, धी भी कोई नहीं। ये की है? ये साडी सियाणप है। ते जे रब कोलों मंगने आ ते इन्ना कुछ मंगने हां कि साडे पोतरे पड़ोतरिਆਂ ਨੂੰ कुछ मंगना ना पए। साडे वड वडेरे इस तरह नहीं सी करते। साडे वड वडेरे बड़े संजम च रहिंदे सन। साध संगत कोई 15 सालां दी गल है,
जयपुर दास गया एक बारी रेलवे स्टेशन ते खलोता सा, बड़े ध्यान नाल सुनना। एक निहंग सिंह आया। निहंग सिंह की उम्र होएगी 60 साल। आन के फतेह बुलाई, मैनू खालसा जी, वाहिगुरु जी का खालसा, वाहिगुरु जी की फतेह। फतेह बुलाई बड़ी चढ़दी कला नाल, बड़ी बेखौफी नाल, मंगत्या मांग नहीं। कहन लगा खालसा जी प्रसादा नहीं छकिया ते प्रसादा छकना 25 रुपये चाहिए हैं। मैं बटुआ कढ़िया, खुले पैसे नहीं सन, मैं 50 का नोट दिता। मैं क्या खालसा जी आ लो, 50 का नोट लै गया। मैं क्या मेरे को खुले है नहीं, चलिया गया। थोड़ी देर बाद मैनू प्लेटफार्म बदलना पिया। वो दूसरे प्लेटफार्म ते आया। दूसरे प्लेटफार्म ते आन के मेरा ध्यान दूजे पासे नूं सी। साध संगत मेरे मोढे तो हिला के वो निहंग सिंह आखन लगा खालसा जी लो अपने 25 रुपये वापस। मैं आख्या निहंग सिंह जी अज भी प्रसादा छक लो ते 25 रुपये तुसी कोल रखो, कल भी प्रसादा छक लियो। बड़े जाहो जलाल नाल मेरे नेत्रा ना नेत्र मिला के बड़े रोह विच आखन लगा तू मेरे कल दी रोटी का फिक्र करने वाला कौन है? मेरे कल दी रोटी का फिक्र वो करेगा जिहदे बारे मैं रोज पढ़दा, सिर सिर रिजक संभाहे ठाकुर काहे मन पो करया। तू मेरी रोटी का फिक्र करने वाला कौन है? साध संगत तो निहंग सिंह दे चलिया गया, पर मेरी आत्मा नूं झंझोड़ के चला गया। महाराज कहंदे ने जेड़े मेरे परमेश्वर दा नाम जपदे ने उन्हां दी तृष्णा खत्म हो जाती है, उन्हां दे अंदरों मंगण वाली जिहड़ी बिरती है वो खत्म हो जाती है, लालच वाली बिरती खत्म हो जाती है। हाँ जी। राम रसायन आत्म त्राप। महाराज आखन लगे राम रसायन आत्म त्राप। रसायन तो भाव है परमेश्वर का नाम सारे रसां दा घर है, उन्हां दा मन रज जाता है। चरण गहे शरण सुख दाते। हजूर आखन लगे जेडे सुखां दे दाते वाहिगुरु दी शरण विच रहिंदे ने ओदे चरण पकड़ी रखदे हन। गुर का बचन जपे हर जाप। कई सवाल कर देन भी गुरु दे चरण किहड़े ने, गुरु ग्रंथ साहब दे चरण किहड़े हन? आ जवाब दिता सच्चे पातशाह ने। हजूर कहंदे ने चरण गहे शरण सुख दाते, जेडे सुखां दे दाते दी शरण च रहिंदे ने चरण पकड़ी रखदे हन। किहड़े चरण? गुर कै बचन जपे हर जाप, जेडे गुरु दे बचनां राहीं ओदा जाप करदे रहिंदे हन, ये हन गुरु दे चरण। गुरु दा उपदेश बाणी नाल हर वेले जुड़े रहिंदे ने, रब नूं जपदे रहिंदे ने। सागर तरे परम पै बिन से। हजूर आखन लगे जेडे मेरे परमेश्वर नूं जपदे ने ओ संसार सागर नूं तर जांदे हन, उन्हां दे सारे भरम नाश हो जाते हैं, उन्हां दे अंदर दे सारे डर खत्म हो जाते हैं जी। कहो नानक ठाकुर परताप। धन गुरु अर्जन देव जी महाराज आखन लगे ये मेरे परमेश्वर की वडियाई है, जेड़ा भी ओनू जपदा है ओदे अंदरों तृष्णा मुक जाती है, भरम मुक जाते हैं, डर मुक जाते हैं। गुरु कृपा करे असीं भी परमेश्वर जी की शरण में आइए ताकि साडे अंदरों भरम सारे डर खत्म हो सकन ते जेड़ा ओदा सेवक बन जे राख लिए अपने जन आप, अपने सेवक दी आप रखिया करदा। आखिरी पंक्तियां भाई साहब जी तो दोबारा श्रवण करिए जी। चरण गहे शरण सुख दाते, गुर का बचन जपे हर जाप। सागर तरे परम पै बिन से, कहो नानक ठाकुर परताप। वाहिगुरु जी का खालसा